Dear students, welcome to Amrit Senior Secondary School. Class 8 ਸਮਾਜਿਕ ਸਿੱਖਿਆ ਦਾ ਭਾਗ ਪਹਿਲਾ ਭੂਗੋਲ ਦਾ ਲੈਸਨ ਨੰਬਰ 2 ਕੁਦਰਤੀ ਸਾਧਨ ਦਾ ਪਾਠ 7 ਅੱਜ ਅਸੀਂ ਤੁਹਾਨੂੰ ਕਰਾਵਾਂਗੇ। ਅਸੀਂ ਪਿਛਲੀ ਵਾਰ ਤੁਹਾਨੂੰ ਮਨੁੱਖ ਲਈ ਪਾਣੀ ਦੇ ਸੋਮੇ ਦਾ ਟੌਪਿਕ ਸ਼ੁਰੂ ਕਰਵਾਇਆ ਸੀ, ਜਿਹੜਾ ਕਿ ਸਾਡੀ ਈ ਬੁੱਕ ਦਾ ਪੇਜ ਨੰਬਰ 15 ਉੱਤੇ ਹੈ, ਜਿਸ ਦਾ ਤੁਹਾਨੂੰ ਪੁਆਇੰਟ ਨੰਬਰ 1 ਵਰਖਾ ਅਸੀਂ ਤੁਹਾਨੂੰ ਪਿਛਲੀ ਵਾਰ ਸਮਝਾ ਦਿੱਤਾ ਸੀ। ਅੱਜ ਅਸੀਂ ਉਸ ਤੋਂ ਅੱਗੇ ਦਰਿਆ, ਨਦੀਆਂ, ਨਹਿਰਾਂ ਅਤੇ ਤਲਾਬ ਬਾਰੇ ਸਮਝਾਵਾਂਗੇ। ਅਸੀਂ ਪਿਛਲੀ ਵਾਰ ਤੁਹਾਨੂੰ ਸਾਫ਼ ਪਾਣੀ ਦੇ ਸਾਧਨ ਦੀ ਇੱਕ ਫਿਗਰ ਦਿਖਾਈ ਸੀ। ਉਸ ਫਿਗਰ ਨੂੰ ਤੁਸੀਂ ਬੱਚਿਓ ਦੁਬਾਰਾ ਫਿਰ ਤੋਂ ਦੇਖੋ। ਸਾਫ਼ ਪਾਣੀ ਦੇ ਸਾਧਨ ਬੱਚਿਓ, ਇਸ ਦੇ ਥੱਲੇ 3 ਬਾਕਸ ਬਣੇ ਹੋਏ ਹਨ। ਪਹਿਲੇ ਵਿੱਚ ਮੀਂਹ ਦਾ ਪਾਣੀ, ਦੂਸਰੇ ਵਿੱਚ ਭੂਮੀਗਤ ਜਲ, ਤੀਸਰੇ ਵਿੱਚ ਨਦੀਆਂ, ਝੀਲਾਂ ਅਤੇ ਤਲਾਬ। ਤਾਂ ਬੱਚਿਓ ਪਿਛਲੀ ਵਾਰ ਅਸੀਂ ਤੁਹਾਨੂੰ ਮੀਂਹ ਦੇ ਪਾਣੀ ਮਤਲਬ ਵਰਖਾ ਦੇ ਬਾਰੇ ਸਮਝਾਇਆ ਸੀ। ਅੱਜ ਅਸੀਂ ਨਦੀਆਂ, ਝੀਲਾਂ ਅਤੇ ਤਲਾਬ ਦੇ ਬਾਰੇ ਵਿੱਚ ਤੁਹਾਨੂੰ ਦੱਸਾਂਗੇ। ਤਾਂ ਸ਼ੁਰੂ ਕਰਦੇ ਹਾਂ ਅਸੀਂ ਆਪਣਾ ਅੱਜ ਦਾ ਟੌਪਿਕ ਦਰਿਆ ਅਤੇ ਨਦੀਆਂ। ਤਾਂ ਇਸ ਨੂੰ ਪੜ੍ਹਨ ਤੋਂ ਪਹਿਲਾਂ ਮੈਂ ਤੁਹਾਨੂੰ ਨਦੀਆਂ ਅਤੇ ਨਹਿਰਾਂ ਨਾਲ ਸੰਬੰਧਿਤ ਭਾਰਤ ਦਾ ਨਕਸ਼ਾ ਦਿਖਾਉਣਾ ਚਾਹੁੰਦੀ ਹਾਂ, ਇੰਡੀਆ ਦਾ ਮੈਪ। ਤਾਂ ਬੱਚਿਓ ਇਸ ਭਾਰਤ ਦੇ ਨਕਸ਼ੇ ਨੂੰ ਦੇਖੋ। ਇਸ ਨਕਸ਼ੇ ਵਿੱਚ ਜਿਹੜੀ ਬਲੂ ਲਾਈਨ ਹੈ ਉਹ ਨਦੀਆਂ ਹਨ। ਇਹਨਾਂ ਵਿੱਚੋਂ ਕੁਝ ਹਿਮਾਲਿਆ ਦੀਆਂ ਨਦੀਆਂ ਹਨ ਜੋ ਉੱਤਰ ਵਿੱਚ ਹਨ, ਅਤੇ ਕੁਝ ਪ੍ਰਾਇਦੀਪ ਦੀਆਂ ਨਦੀਆਂ ਹਨ ਜੋ ਦੱਖਣ ਵਿੱਚ ਪਾਈਆਂ ਜਾਂਦੀਆਂ ਹਨ। ਤਾਂ ਬੱਚਿਓ ਅੱਜ ਅਸੀਂ ਤੁਹਾਨੂੰ ਇਹਨਾਂ ਨਦੀਆਂ ਅਤੇ ਨਹਿਰਾਂ ਬਾਰੇ ਸਮਝਾਵਾਂਗੇ। ਤਾਂ ਸ਼ੁਰੂ ਕਰਦੇ ਹਾਂ ਅਸੀਂ ਦਰਿਆ ਅਤੇ ਨਦੀਆਂ। ਦਰਿਆਵਾਂ ਅਤੇ ਨਦੀਆਂ ਨੇ ਮਨੁੱਖ ਦੇ ਵਿਕਾਸ ਵਿੱਚ ਸ਼ੁਰੂ ਤੋਂ ਹੀ ਬਹੁਤ ਯੋਗਦਾਨ ਪਾਇਆ ਹੈ। ਪੁਰਾਣੇ ਸਮਿਆਂ ਤੋਂ ਹੀ ਇਹਨਾਂ ਦਰਿਆਵਾਂ ਅਤੇ ਨਦੀਆਂ ਦੇ ਆਸ-ਪਾਸ ਹੀ ਮਨੁੱਖ ਬਸੇਰੇ ਦੀ ਸ਼ੁਰੂਆਤ ਹੋਈ। ਮਨੁੱਖੀ ਬਸੇਰੇ ਹੁੰਦੇ ਹਨ, ਮਾਨਵ ਬਸਤੀਆਂ ਨੇ ਆਪਣੇ ਰਹਿਣ ਦੇ ਲਈ ਜਿਹੜੀ ਸ਼ੁਰੂਆਤ ਸੀ ਇਹਨਾਂ ਨਦੀਆਂ ਘਾਟੀਆਂ ਦੇ ਆਲੇ ਦੁਆਲੇ ਹੀ ਕੀਤੀ ਸੀ। ਕਿਉਂਕਿ ਉਹਨਾਂ ਨੂੰ ਆਸਾਨੀ ਦੇ ਨਾਲ ਇੱਥੇ ਸਿੰਚਾਈ ਦੇ ਲਈ ਪਾਣੀ ਮਿਲ ਜਾਂਦਾ ਸੀ ਅਤੇ ਪਾਣੀ ਦੀ ਪੂਰਤੀ ਉਹਨਾਂ ਨੂੰ ਆਸਾਨੀ ਨਾਲ ਹੋ ਜਾਂਦੀ ਸੀ। ਅੱਗੇ ਹੈ ਬੱਚਿਓ, ਇਹਨਾਂ ਦਰਿਆਵਾਂ ਜਾਂ ਨਦੀਆਂ ਨੂੰ 2 ਹਿੱਸਿਆਂ ਵਿੱਚ ਵੰਡ ਸਕਦੇ ਹਾਂ। ਇੱਕ ਉਹ ਜੋ ਬਰਫ਼ ਦੇ ਪਿਘਲਣ ਤੋਂ ਨਿਕਲਦੇ ਹਨ ਅਤੇ ਸਾਰਾ ਸਾਲ ਚੱਲਦੇ ਹਨ। ਦੂਸਰੇ ਮੌਸਮੀ ਜਾਂ ਬਰਸਾਤ ਦੇ ਪਾਣੀ 'ਤੇ ਨਿਰਭਰ ਕਰਨ ਵਾਲੇ ਹੁੰਦੇ ਹਨ। ਮਤਲਬ ਕਿ ਇੱਕ ਉਹ ਜੋ ਬਰਫ਼ ਦੇ ਪਿਘਲਣ ਦੇ ਨਾਲ ਸਾਨੂੰ ਕੀ ਦਿੰਦੇ ਹਨ, ਪਾਣੀ ਦਿੰਦੇ ਹਨ, ਅਤੇ ਸਾਰਾ ਸਾਲ ਇਸ ਤੋਂ ਨਿਕਲਣ ਵਾਲੀਆਂ ਜਿਹੜੀਆਂ ਨਦੀਆਂ ਹਨ ਵਗਦੀਆਂ ਰਹਿੰਦੀਆਂ ਹਨ। ਅਤੇ ਦੂਸਰਾ ਉਹ ਜੋ ਬਰਸਾਤ ਜਾਂ ਮੌਸਮ ਦੇ ਦਿਨਾਂ ਵਿੱਚ ਹੀ ਨਦੀਆਂ ਵਿੱਚ ਪਾਣੀ ਹੁੰਦਾ ਹੈ। ਇਹਨਾਂ ਨੂੰ ਅਸੀਂ ਬਰਸਾਤੀ ਨਦੀਆਂ ਵੀ ਕਹਿੰਦੇ ਹਾਂ। ਤਾਂ ਬੱਚਿਓ ਤੁਸੀਂ ਫਿਰ ਤੋਂ ਇੰਡੀਆ ਦਾ ਮੈਪ ਦੇਖੋ, ਭਾਰਤ ਦੇ ਨਕਸ਼ੇ ਨੂੰ ਫਿਰ ਤੋਂ ਦੇਖੋ। ਮੈਂ ਤੁਹਾਨੂੰ ਇਸ ਮੈਪ ਦੇ ਦੁਆਰਾ ਸਮਝਾਉਂਦੀ ਹਾਂ। ਇਸ ਵਿੱਚ ਹਿਮਾਲਿਆ ਅਤੇ ਪ੍ਰਾਇਦੀਪ ਦੀਆਂ ਨਦੀਆਂ ਦਿਖਾਈਆਂ ਗਈਆਂ ਹਨ। ਤਾਂ ਬੱਚਿਓ ਸਭ ਤੋਂ ਪਹਿਲਾਂ ਹਿਮਾਲਿਆ ਦੀਆਂ 3 ਮੁੱਖ ਨਦੀਆਂ, ਨਕਸ਼ੇ ਨੂੰ ਦੇਖੋ। ਇਸ ਵਿੱਚ ਹਿਮਾਲਿਆ ਦੀਆਂ 3 ਮੁੱਖ ਨਦੀਆਂ ਹਨ, ਸਿੰਧੂ, ਗੰਗਾ, ਬ੍ਰਹਮਪੁੱਤਰ। ਬੱਚਿਓ ਜਿੱਥੇ ਇੰਡਸ ਲਿਖਿਆ ਹੋਇਆ ਹੈ ਉਸ ਨੂੰ ਅਸੀਂ ਸਿੰਧੂ ਕਹਿੰਦੇ ਹਾਂ, ਇੰਡਸ ਨੂੰ ਸਿੰਧੂ ਕਹਿੰਦੇ ਹਾਂ। ਉੱਤਰਾਖੰਡ ਦੇ ਕੋਲ ਹੈ ਗੰਗਾ। ਤਾਂ ਫਿਰ ਤੁਸੀਂ ਬਾਅਦ ਤਿੱਬਤ ਵਾਲੀ ਸਾਈਡ 'ਤੇ ਆ ਜਾਓ ਤਾਂ ਉੱਥੇ ਹੈ ਬ੍ਰਹਮਪੁੱਤਰ। ਇਹ ਹਿਮਾਲਿਆ ਦੀਆਂ 3 ਮੁੱਖ ਨਦੀਆਂ ਹਨ। ਤਾਂ ਬੱਚਿਓ ਇਹਨਾਂ ਦੇ ਵਿੱਚੋਂ ਜਿਹੜੀ ਸਿੰਧੂ ਹੈ ਇਸ ਦੀਆਂ 5 ਸਹਾਇਕ ਨਦੀਆਂ ਹਨ। ਮਤਲਬ ਕਿ ਸਿੰਧੂ ਦੇ ਨਾਲ 5 ਹੋਰ ਜਿਹੜੀਆਂ ਉਸਦੀਆਂ ਸਹਾਇਕ ਨਦੀਆਂ ਹਨ ਉਹ ਹਨ ਜੇਹਲਮ, ਸਿੰਧੂ ਦੇ ਬਿਲਕੁਲ ਥੱਲੇ ਹੀ ਬਣਿਆ ਹੋਇਆ ਹੈ ਜੇਹਲਮ। ਉਸ ਤੋਂ ਹੇਠਾਂ ਹੈ ਚਨਾਬ, ਫਿਰ ਹੈ ਰਾਵੀ, ਉਸ ਤੋਂ ਬਾਅਦ ਹੈ ਬਿਆਸ। ਬਿਆਸ ਜਿੱਥੇ ਲਾਲ ਰੰਗ ਦਾ ਬਿੰਦੂ ਬਣਿਆ ਹੋਇਆ ਹੈ ਉਹ ਬਿਆਸ ਦਰਿਆ ਹੈ।
ਤੇ ਫਿਰ ਉਸ ਤੋਂ ਬਾਅਦ ਹੈ ਸਤਲੁਜ। ਤਾਂ ਬੱਚਿਓ ਇਹ ਸਿੰਧੂ ਦੀਆਂ 5 ਸਹਾਇਕ ਨਦੀਆਂ ਹਨ। ਤਾਂ ਮੈਂ ਤੁਹਾਨੂੰ ਪਹਿਲਾਂ ਸਿੰਧੂ ਬਾਰੇ ਹੀ ਦੱਸਣਾ ਚਾਹੁੰਦੀ ਹਾਂ। ਸਿੰਧੂ ਨਦੀ ਤਿੱਬਤ ਵਿੱਚ ਮਾਨਸਰੋਵਰ ਤੋਂ ਹੁੰਦੇ ਹੋਏ ਭਾਰਤ ਦੇ ਲੇਹ ਤੋਂ ਹੁੰਦੇ ਹੋਏ ਪਾਕਿਸਤਾਨ ਵਿੱਚ ਦਾਖਲ ਹੁੰਦੀ ਹੈ ਅਤੇ ਅਰਬ ਸਾਗਰ ਵਿੱਚ ਜਾ ਕੇ ਮਿਲ ਜਾਂਦੀ ਹੈ। ਤਾਂ ਬੱਚੋ ਸਿੰਧੂ ਜਿਹੜੀ ਹੈ ਉਹ 3 ਦੇਸ਼ਾਂ ਤੋਂ ਹੁੰਦੇ ਹੋਏ ਅਰਬ ਸਾਗਰ ਵਿੱਚ ਜਾ ਕੇ ਡਿੱਗਦੀ ਹੈ। 3 ਦੇਸ਼ ਤਿੱਬਤ ਦੇ ਮਾਨਸਰੋਵਰ ਤੋਂ ਸ਼ੁਰੂ ਹੁੰਦੀ ਹੈ, ਮਤਲਬ ਚੀਨ ਤੋਂ ਹੁੰਦੇ ਹੋਏ ਭਾਰਤ ਵਿੱਚ ਦਾਖਲ ਹੁੰਦੀ ਹੈ ਅਤੇ ਉਸ ਤੋਂ ਬਾਅਦ ਪਾਕਿਸਤਾਨ ਵਿੱਚ ਚਲੀ ਜਾਂਦੀ ਹੈ ਅਤੇ ਉੱਥੋਂ ਫਿਰ ਉਹ ਅਰਬ ਸਾਗਰ ਵਿੱਚ ਜਾ ਕੇ ਡਿੱਗਦੀ ਹੈ। ਮਤਲਬ ਇੰਡਸ ਨਦੀ ਬੱਚੋ ਦੇਖੋ ਜਿਹੜੀ ਸਿੰਧੂ ਨਦੀ ਹੈ ਬ੍ਰਹਮਪੁੱਤਰ ਦੇ ਉੱਪਰ ਇੱਕ ਵੱਖਰੀ ਜਿਹੜੀ ਨੀਲੀ ਲਾਈਨ ਜਾ ਰਹੀ ਹੈ। ਫਿਰ ਤੁਸੀਂ ਚਨਾਬ ਦੇ ਉੱਪਰ ਦੇਖੋ ਇੱਕ ਨੀਲੀ ਲਾਈਨ ਹੈ, ਉਹ ਸਾਰੀ ਸਿੰਧੂ ਨਦੀ ਹੈ। ਅਤੇ ਉਸ ਤੋਂ ਹੇਠਾਂ ਵੱਲ ਆ ਜਾਓ ਤੁਸੀਂ, ਅਰੇਬੀਅਨ ਸੀ ਮਤਲਬ ਅਰਬ ਸਾਗਰ ਜਿੱਥੇ ਲਿਖਿਆ ਹੋਇਆ ਹੈ ਉਹ ਉੱਥੇ ਆ ਕੇ ਅਰਬ ਸਾਗਰ ਵਿੱਚ ਮਿਲ ਜਾਂਦੀ ਹੈ। ਮਤਲਬ ਇਹ 3 ਦੇਸ਼ਾਂ ਤੋਂ ਹੁੰਦੀ ਹੋਈ ਅਰਬ ਸਾਗਰ ਵਿੱਚ ਜਾ ਕੇ ਮਿਲਦੀ ਹੈ। ਤਾਂ ਬੱਚਿਓ ਅਗਲੀ ਨਦੀ ਹੈ ਗੰਗਾ। ਗੰਗਾ ਜਿਹੜੀ ਕਿ ਭਾਰਤ ਦੀ ਅਗਲੀ ਮਹੱਤਵਪੂਰਨ ਨਦੀ ਹੈ। ਇਹ ਉੱਤਰਾਖੰਡ ਵਿੱਚੋਂ ਗੰਗੋਤਰੀ 'ਚੋਂ ਨਿਕਲਦੀ ਹੈ। ਯੂਪੀ, ਬਿਹਾਰ, ਝਾਰਖੰਡ ਅਤੇ ਇੱਕ ਛੋਟੇ ਹਿੱਸੇ ਅਤੇ ਪੱਛਮੀ ਬੰਗਾਲ ਤੋਂ ਹੁੰਦੇ ਹੋਏ ਬੰਗਲਾਦੇਸ਼ ਵਿੱਚ ਚਲੀ ਜਾਂਦੀ ਹੈ ਅਤੇ ਫਿਰ ਬੰਗਾਲ ਦੀ ਖਾੜੀ ਵਿੱਚ ਜਾ ਕੇ ਮਿਲ ਜਾਂਦੀ ਹੈ। ਜਮਨਾ ਨਦੀ ਗੰਗਾ ਨਦੀ ਦੀ ਸਭ ਤੋਂ ਵੱਡੀ ਸਹਾਇਕ ਨਦੀ ਹੈ। ਮਤਲਬ ਜਿਹੜੀ ਗੰਗਾ ਨਦੀ ਹੈ ਬੱਚੋ ਤੁਸੀਂ ਦੇਖੋ ਉੱਤਰਾਖੰਡ ਤੋਂ ਗੰਗੋਤਰੀ 'ਚੋਂ ਨਿਕਲਦੀ ਪਈ ਹੈ ਅਤੇ ਇਹ ਭਾਰਤ ਦੇ 5 ਰਾਜਾਂ 'ਚੋਂ ਹੁੰਦੇ ਹੋਏ ਬੰਗਲਾਦੇਸ਼ ਵਿੱਚ ਜਾਂਦੀ ਹੈ ਅਤੇ ਫਿਰ ਬੰਗਾਲ ਦੀ ਖਾੜੀ ਵਿੱਚ ਜਾ ਕੇ ਮਿਲ ਜਾਂਦੀ ਹੈ। ਅਤੇ ਜਮਨਾ ਜਿਹੜੀ ਹੈ ਬਿਲਕੁਲ ਗੰਗਾ ਦੇ ਹੇਠਾਂ ਹੈ। ਇਹ ਗੰਗਾ ਦੀ ਸਭ ਤੋਂ ਵੱਡੀ ਸਹਾਇਕ ਨਦੀ ਹੈ ਅਤੇ ਬਾਅਦ ਦੇ ਵਿੱਚ ਜਮਨਾ ਦਾ ਪਾਣੀ ਵੀ ਗੰਗਾ ਦੇ ਵਿੱਚ ਜਾ ਕੇ ਮਿਲ ਜਾਂਦਾ ਹੈ। ਅਤੇ ਬੱਚੋ ਉਸ ਤੋਂ ਬਾਅਦ ਅਗਲੀ ਨਦੀ ਹੈਗੀ ਸਾਡੀ ਬ੍ਰਹਮਪੁੱਤਰ ਨਦੀ, ਜਿਹੜੀ ਕਿ ਮਾਨਸਰੋਵਰ ਤੋਂ ਨਿਕਲਦੀ ਹੈ ਅਤੇ ਅਰੁਣਾਚਲ ਪ੍ਰਦੇਸ਼ ਤੋਂ ਹੁੰਦੇ ਹੋਏ ਅਸਾਮ ਤੋਂ ਫਿਰ ਬੰਗਲਾਦੇਸ਼ ਅਤੇ ਫਿਰ ਬੰਗਾਲ ਦੀ ਖਾੜੀ ਵਿੱਚ ਮਿਲ ਜਾਂਦੀ ਹੈ। ਤਾਂ ਬੱਚੋ ਇਸ ਤਰ੍ਹਾਂ ਬ੍ਰਹਮਪੁੱਤਰ ਵੀ ਜਿਹੜੀ ਹੈ ਉਹ ਮਾਨਸਰੋਵਰ ਤੋਂ ਸ਼ੁਰੂ ਹੁੰਦੇ ਹੋਏ ਅਰੁਣਾਚਲ ਅਤੇ ਅਸਾਮ ਤੋਂ ਬਾਅਦ ਬੰਗਲਾਦੇਸ਼ ਅਤੇ ਫਿਰ ਬੰਗਾਲ ਦੀ ਖਾੜੀ ਵਿੱਚ ਜਾ ਕੇ ਮਿਲ ਜਾਂਦੀ ਹੈ। ਅਤੇ ਇੱਥੇ ਹੀ ਦੋਨੋਂ ਗੰਗਾ ਅਤੇ ਬ੍ਰਹਮਪੁੱਤਰ ਨਦੀਆਂ ਮਿਲ ਕੇ ਕੀ ਕਰਦੀਆਂ ਹਨ, ਬੰਗਾਲ ਦੀ ਖਾੜੀ ਵਿੱਚ ਡੈਲਟੇ ਦਾ ਨਿਰਮਾਣ ਕਰਦੀਆਂ ਹਨ। ਡੈਲਟਾ ਮਤਲਬ ਇਹ ਆਪਣੇ ਨਾਲ ਦੋਨੋਂ ਨਦੀਆਂ ਕਈ ਪ੍ਰਕਾਰ ਦੀਆਂ ਮਿੱਟੀਆਂ, ਕੰਕਰ, ਪੱਥਰ ਵਹਾ ਕੇ ਲੈ ਕੇ ਆਉਂਦੀਆਂ ਹਨ ਅਤੇ ਇੱਥੇ ਲਿਆ ਕੇ ਜਮ੍ਹਾਂ ਕਰ ਦਿੰਦੀਆਂ ਹਨ ਅਤੇ ਡੈਲਟਾ ਬਣਾ ਦਿੰਦੀਆਂ ਹਨ, ਜਿਹੜਾ ਕਿ ਇੱਕ ਤ੍ਰਿਕੋਣੇ ਸ਼ੇਪ ਵਿੱਚ ਹੁੰਦਾ ਹੈ। ਤਾਂ ਬੱਚਿਓ ਇਹ ਸੀ ਹਿਮਾਲਿਆ ਦੀਆਂ ਨਦੀਆਂ, ਜਿਹੜੀਆਂ ਕਿ ਹਿਮਾਲਿਆ ਦੀ ਬਰਫ਼ ਦੇ ਪਿਘਲਣ 'ਤੇ ਇਹਨਾਂ ਨਦੀਆਂ ਨੂੰ ਸਾਰਾ ਸਾਲ ਕੀ ਮਿਲਦਾ ਰਹਿੰਦਾ ਹੈ, ਪਾਣੀ ਮਿਲਦਾ ਰਹਿੰਦਾ ਹੈ ਅਤੇ ਇਹ ਨਦੀਆਂ ਸਾਰਾ ਸਾਲ ਵਗਦੀਆਂ ਰਹਿੰਦੀਆਂ ਹਨ। ਤਾਂ ਬੱਚਿਓ ਅੱਗੇ ਹੈ ਪ੍ਰਾਇਦੀਪ ਦੀਆਂ ਨਦੀਆਂ, ਜਿਹੜੀਆਂ ਕਿ ਦੱਖਣ ਵਿੱਚ ਹਨ। ਇਹਨਾਂ ਵਿੱਚੋਂ ਨਰਮਦਾ ਅਤੇ ਤਾਪਤੀ ਜਿਹੜੀਆਂ ਕਿ ਅਮਰਕੰਟਕ ਪਹਾੜੀ ਤੋਂ ਸ਼ੁਰੂ ਹੁੰਦੀਆਂ ਹਨ। ਤਾਂ ਤੁਸੀਂ ਦੇਖੋ ਬੱਚਿਓ ਉਹ ਅਰਬ ਸਾਗਰ ਵੱਲ ਨੂੰ ਆ ਰਹੀਆਂ ਹਨ ਅਤੇ ਇਹ ਦੋਨੋਂ ਨਦੀਆਂ ਤੇਜ਼ ਗਤੀ ਦੇ ਨਾਲ ਉੱਥੋਂ ਨਿਕਲਦੀਆਂ ਹਨ ਅਤੇ ਅਰਬ ਸਾਗਰ ਵਿੱਚ ਜਾ ਕੇ ਮਿਲਦੀਆਂ ਹਨ ਅਤੇ ਐਸਚਰੀ ਬਣਾਉਂਦੀਆਂ ਹਨ। ਮਤਲਬ ਇਹ ਆਪਣੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਮਿੱਟੀ, ਪੱਥਰ, ਕੰਕਰ ਵਹਾ ਕੇ ਨਹੀਂ ਲਿਆਉਂਦੀਆਂ, ਸਿੱਧਾ ਅਰਬ ਸਾਗਰ ਵਿੱਚ ਜਾ ਕੇ ਮਿਲ ਜਾਂਦੀਆਂ ਹਨ ਅਤੇ ਐਸਚਰੀ ਦਾ ਨਿਰਮਾਣ ਕਰਦੀਆਂ ਹਨ। ਇਹ ਦੱਖਣ ਭਾਰਤ ਦੀਆਂ ਨਦੀਆਂ ਹਨ ਅਤੇ ਦੱਖਣ ਭਾਰਤ ਦੀਆਂ ਪ੍ਰਾਇਦੀਪ ਦੀਆਂ ਬਾਕੀ ਨਦੀਆਂ ਮਹਾਨਦੀ, ਕ੍ਰਿਸ਼ਨਾ, ਗੋਦਾਵਰੀ, ਕਾਵੇਰੀ ਇਹ ਬੰਗਾਲ ਦੀ ਖਾੜੀ ਵਿੱਚ ਜਾ ਕੇ ਡਿੱਗਦੀਆਂ ਹਨ। ਬੇ ਆਫ ਬੰਗਾਲ ਮਤਲਬ ਬੰਗਾਲ ਦੀ ਖਾੜੀ ਵਿੱਚ ਚਲੀਆਂ ਜਾਂਦੀਆਂ ਹਨ। ਇਹ ਬਰਸਾਤੀ ਨਦੀਆਂ ਹਨ ਸਾਰੀਆਂ ਅਤੇ ਇਹਨਾਂ ਵਿੱਚ ਸਾਰਾ ਸਾਲ ਪਾਣੀ ਨਹੀਂ ਰਹਿੰਦਾ ਅਤੇ ਸਿੰਚਾਈ ਦੇ ਲਈ ਇਹਨਾਂ ਨਦੀਆਂ ਉੱਪਰ ਨਿਰਭਰ ਨਹੀਂ ਰਿਹਾ ਜਾ ਸਕਦਾ। ਤਾਂ ਬੱਚਿਓ ਇਸ ਤਰ੍ਹਾਂ ਇਹਨਾਂ ਨਦੀਆਂ ਦੇ ਵਿੱਚ ਪਾਣੀ ਸਾਰਾ ਸਾਲ ਨਹੀਂ ਰਹਿੰਦਾ ਅਤੇ ਇਹਨਾਂ ਨੂੰ ਆਪਾਂ ਬਰਸਾਤੀ ਨਦੀਆਂ ਦੇ ਨਾਮ ਨਾਲ ਵੀ ਜਾਣਦੇ ਹਾਂ। ਤਾਂ ਬੱਚਿਓ ਅੱਗੇ ਅਸੀਂ ਪੜ੍ਹਦੇ ਹਾਂ ਬਹੁਤ ਥਾਵਾਂ 'ਤੇ
ਮਨੁੱਖ ਨੇ ਨਦੀਆਂ ਅਤੇ ਦਰਿਆਵਾਂ 'ਤੇ ਬੰਨ੍ਹ ਲਗਾ ਕੇ ਆਪਣੀ ਜ਼ਰੂਰਤ ਲਈ ਨਹਿਰਾਂ ਦਾ ਨਿਰਮਾਣ ਕੀਤਾ ਹੈ। ਇਹਨਾਂ ਨਹਿਰਾਂ ਦਾ ਪਾਣੀ ਖੇਤੀਬਾੜੀ ਲਈ, ਸਿੰਚਾਈ ਅਤੇ ਮਨੁੱਖ ਦੇ ਹੋਰ ਕੰਮਾਂ ਲਈ ਵਰਤਿਆ ਜਾਂਦਾ ਹੈ। ਇਹਨਾਂ ਨਹਿਰਾਂ ਦੇ ਨਿਰਮਾਣ ਨਾਲ ਖੇਤੀਬਾੜੀ ਦੀ ਨੁਹਾਰ ਹੀ ਬਦਲ ਗਈ ਹੈ। ਕੀ ਕਹਿ ਰਿਹਾ ਹੈ ਕਿ ਉਹ ਬਹੁਤ ਥਾਵਾਂ 'ਤੇ ਮਨੁੱਖ ਨੇ ਨਦੀਆਂ ਅਤੇ ਦਰਿਆਵਾਂ 'ਤੇ ਬੰਨ੍ਹ ਮਤਲਬ ਡੈਮ ਲਗਾ ਕੇ ਆਪਣੀ ਜ਼ਰੂਰਤ ਦੇ ਲਈ ਨਹਿਰਾਂ ਦਾ ਨਿਰਮਾਣ ਕੀਤਾ। ਤਾਂ ਬੱਚਿਓ ਇਹ ਮੈਂ ਤੁਹਾਨੂੰ ਭਾਖੜਾ ਨੰਗਲ ਬੰਨ੍ਹ ਦੀ ਡੈਮ ਦੀ ਇੱਕ ਤਸਵੀਰ ਦਿਖਾਉਣਾ ਚਾਹੁੰਦੀ ਹਾਂ। ਤੁਸੀਂ ਉਸ ਤਸਵੀਰ ਨੂੰ ਪਹਿਲਾਂ ਦੇਖੋ। ਇਹ ਉਹ ਤਸਵੀਰ ਹੈ ਜਿਹੜੀ ਕਿ ਭਾਖੜਾ ਨੰਗਲ ਡੈਮ ਦੀ ਹੈ ਅਤੇ ਇਹ ਡੈਮ ਸਤਲੁਜ ਨਦੀ ਉੱਤੇ ਬਣਿਆ ਹੋਇਆ ਹੈ। ਉਹ ਸਤਲੁਜ ਨਦੀ ਜਿਹੜੀ ਕਿ ਸਿੰਧੂ ਦੀ ਸਹਾਇਕ ਨਦੀ ਹੈ। ਇਹ ਡੈਮ 518 ਮੀਟਰ ਲੰਬਾ ਅਤੇ 226 ਮੀਟਰ ਉੱਚਾ ਹੈ। ਇਸ ਡੈਮ ਦੇ ਪਿੱਛੇ ਇੱਕ ਗੋਬਿੰਦ ਸਾਗਰ ਝੀਲ ਵੀ ਬਣਾਈ ਗਈ ਹੈ। ਗੋਬਿੰਦ ਸਾਗਰ ਝੀਲ ਵੀ ਬਣਾਈ ਗਈ ਹੈ। ਤਾਂ ਬੱਚਿਓ ਉਸ ਗੋਬਿੰਦ ਸਾਗਰ ਝੀਲ ਦੀ ਵੀ ਤਸਵੀਰ ਨੂੰ ਤੁਸੀਂ ਦੇਖੋ। ਇਹ ਉਹ ਤਸਵੀਰ ਹੈ ਜੋ ਭਾਖੜਾ ਨੰਗਲ ਡੈਮ ਦੇ ਪਿੱਛੇ ਗੋਬਿੰਦ ਸਾਗਰ ਝੀਲ ਹੈ। ਤਾਂ ਬੱਚਿਓ ਇਸ ਝੀਲ ਤੋਂ ਵੀ ਬਹੁਤ ਸਾਰੀਆਂ ਨਹਿਰਾਂ ਕੱਢੀਆਂ ਗਈਆਂ। ਤਾਂ ਉਸ ਨਹਿਰਾਂ ਦੇ ਪਾਣੀ ਨਾਲ ਬਹੁਤ ਵੱਡੇ ਹਿੱਸੇ ਦੇ ਵਿੱਚ ਭੂਮੀ 'ਤੇ ਸਿੰਚਾਈ ਕੀਤੀ ਜਾਂਦੀ ਹੈ ਅਤੇ 1205 ਮੈਗਾਵਾਟ ਜਿਹੜੀ ਬਿਜਲੀ ਹੈ ਉਸ ਨਹਿਰੀ ਪਾਣੀ ਦੇ ਨਾਲ ਪੈਦਾ ਕੀਤੀ ਜਾਂਦੀ ਹੈ। ਅਤੇ ਇਸ ਤਰ੍ਹਾਂ ਨਹਿਰਾਂ 'ਤੇ ਬੰਨ੍ਹ ਬਣਾ ਕੇ ਅਸੀਂ ਸਿੰਚਾਈ ਦੇ ਲਈ ਉਸ ਪਾਣੀ ਨੂੰ ਵਰਤਿਆ ਅਤੇ ਉਸ ਤੋਂ ਬਿਜਲੀ ਵੀ ਪੈਦਾ ਕੀਤੀ। ਤਾਂ ਇਸ ਪਾਣੀ ਨੇ ਸਾਡੇ ਜੀਵਨ ਦੀ ਰੂਪ ਰੇਖਾ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ। ਤਾਂ ਬੱਚਿਓ ਅੱਗੇ ਅਸੀਂ ਅਗਲਾ ਪੁਆਇੰਟ ਪੜ੍ਹਦੇ ਹਾਂ, ਤਾਲਾਬ। ਜ਼ਿਆਦਾਤਰ ਉਹਨਾਂ ਇਲਾਕਿਆਂ ਵਿੱਚ ਤਾਲਾਬ ਪਾਏ ਜਾਂਦੇ ਹਨ ਜਿੱਥੇ ਸਾਰਾ ਸਾਲ ਚੱਲਣ ਵਾਲੇ ਦਰਿਆ ਅਤੇ ਨਦੀਆਂ ਦੀ ਘਾਟ ਹੁੰਦੀ ਹੈ। ਧਰਤੀ ਹੇਠਲਾ ਪਾਣੀ ਵੀ ਜਾਂ ਤਾਂ ਬਹੁਤ ਡੂੰਘਾ ਜਾਂ ਫਿਰ ਨਾ ਵਰਤਣਯੋਗ ਹੁੰਦਾ ਹੈ। ਲੋਕ ਵਰਖਾ ਦੇ ਪਾਣੀ ਨੂੰ ਤਾਲਾਬਾਂ ਵਿੱਚ ਇਕੱਠਾ ਕਰ ਲੈਂਦੇ ਹਨ ਅਤੇ ਲੋੜ ਅਨੁਸਾਰ ਵਰਤਦੇ ਹਨ। ਦੱਖਣੀ ਭਾਰਤ ਵਿੱਚ ਤਾਲਾਬ ਲੋਕਾਂ ਲਈ ਬਹੁਤ ਵੱਡਾ ਜਲ ਦਾ ਸਾਧਨ ਹਨ। ਬੱਚਿਓ ਤਾਲਾਬ ਜਿਹੜੇ ਕਿ ਦੱਖਣ ਭਾਰਤ ਵਿੱਚ ਪਾਏ ਜਾਂਦੇ ਹਨ, ਇਸ ਦੀਆਂ ਵੀ ਪਹਿਲਾਂ ਤੁਸੀਂ 2 ਤਸਵੀਰਾਂ ਦੇਖੋ। ਬੱਚਿਓ ਇਹ ਉਹ ਤਾਲਾਬ ਹਨ ਜਿਨ੍ਹਾਂ ਦੇ ਵਿੱਚ ਵਰਖਾ ਦੇ ਪਾਣੀ ਨੂੰ ਇਕੱਠਾ ਕੀਤਾ ਜਾਂਦਾ ਹੈ। ਇਹ ਉਹ ਤਾਲਾਬ ਹਨ ਜਿਸ ਦੇ ਵਿੱਚ ਵਰਖਾ ਦੇ ਪਾਣੀ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ। ਤਾਂ ਬੱਚਿਓ ਦੱਖਣ ਭਾਰਤ ਵਿੱਚ ਤਾਲਾਬ ਕਿਉਂ ਬਣਾਏ ਜਾਂਦੇ ਹਨ? ਕਿਉਂਕਿ ਦੱਖਣ ਭਾਰਤ ਦੀ ਭੂਮੀ ਪਥਰੀਲੀ ਹੈ। ਇੱਥੇ ਨਾ ਤਾਂ ਨਹਿਰਾਂ ਕੱਢੀਆਂ ਜਾ ਸਕਦੀਆਂ ਹਨ ਅਤੇ ਨਾ ਹੀ ਖੂਹ ਪੁੱਟੇ ਜਾ ਸਕਦੇ ਹਨ। ਇਸ ਕਰਕੇ ਇੱਥੇ ਤਾਲਾਬ ਬਣਾਏ ਜਾਂਦੇ ਹਨ ਅਤੇ ਇੱਥੇ ਤਾਲਾਬ ਬਣਾ ਕੇ ਮੀਂਹ ਦੇ ਪਾਣੀ ਨੂੰ ਇਕੱਠਾ ਕੀਤਾ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਉਸ ਪਾਣੀ ਨੂੰ ਸਿੰਚਾਈ ਅਤੇ ਹੋਰ ਕੰਮਾਂ ਦੇ ਲਈ ਵਰਤਿਆ ਜਾਂਦਾ ਹੈ। ਤਾਂ ਬੱਚਿਓ ਇਹਨਾਂ ਤਾਲਾਬ ਦੇ ਵਿੱਚ ਛੋਟੀਆਂ-ਛੋਟੀਆਂ ਨਾਲੀਆਂ ਬਣਾ ਲਈਆਂ ਜਾਂਦੀਆਂ ਹਨ। ਉਹਨਾਂ ਨਾਲੀਆਂ ਨੂੰ ਖੇਤਾਂ ਤੱਕ ਪਹੁੰਚਾਇਆ ਜਾਂਦਾ ਹੈ। ਤਾਂ ਉਹਨਾਂ ਨਾਲੀਆਂ ਦੇ ਵਿੱਚ ਇਸ ਤਾਲਾਬ ਦੇ ਰਾਹੀਂ ਪਾਣੀ ਨੂੰ ਖੇਤਾਂ ਵਿੱਚ ਪਹੁੰਚਾਇਆ ਜਾਂਦਾ ਹੈ ਅਤੇ ਸਿੰਚਾਈ ਅਤੇ ਹੋਰ ਕੰਮਾਂ ਦੇ ਲਈ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਦੱਖਣ ਭਾਰਤ ਦੇ ਵਿੱਚ ਜਿਹੜੇ ਤਾਲਾਬ ਹਨ ਉਹ ਮਨੁੱਖ ਦੇ ਲਈ ਜਲ ਦਾ ਸਭ ਤੋਂ ਵੱਡਾ ਸਾਧਨ ਹਨ ਅਤੇ ਭਾਰਤ ਵਿੱਚ ਸਭ ਤੋਂ ਜ਼ਿਆਦਾ ਤਾਲਾਬ ਤਾਮਿਲਨਾਡੂ ਰਾਜ ਵਿੱਚ ਪਾਏ ਜਾਂਦੇ ਹਨ। ਤਾਂ ਬੱਚਿਓ ਇਸ ਦੇ ਨਾਲ ਸਾਡਾ ਅੱਜ ਦਾ ਟੌਪਿਕ ਖਤਮ ਹੁੰਦਾ ਹੈ। ਤਾਂ ਤੁਸੀਂ ਇਸ ਆਡੀਓ ਨੂੰ ਧਿਆਨ ਦੇ ਨਾਲ ਸੁਣਨਾ ਹੈ ਅਤੇ ਇਹਨਾਂ ਦੇ ਵਿੱਚ ਜਿਹੜੀਆਂ ਮੈਂ ਤੁਹਾਨੂੰ ਉਦਾਹਰਨਾਂ ਦਿੱਤੀਆਂ ਹਨ ਉਹਨਾਂ ਨੂੰ ਵੀ ਧਿਆਨ ਦੇ ਨਾਲ ਸੁਣਨਾ ਹੈ ਅਤੇ ਫਿਰ ਇਸ ਵਿੱਚ ਦਿੱਤੇ ਹੋਏ ਜਿਹੜੇ 5 ਕੁਐਸਚਨ ਹਨ ਤੁਸੀਂ ਆਪਣੀਆਂ ਕਾਪੀਆਂ 'ਤੇ ਸਾਫ਼-ਸਾਫ਼ ਉਤਾਰਨੇ ਹਨ। ਤਾਂ ਬੱਚਿਓ ਸੁਣੋ ਉਹਨਾਂ 5 ਕੁਐਸਚਨਸ ਨੂੰ, ਜਿਸ ਦਾ ਪਹਿਲਾ ਕੁਐਸਚਨ ਹੈਗਾ ਸਹੀ ਉੱਤਰ ਲਿਖੋ। ਨੰਬਰ 1, ਹਿਮਾਲਿਆ ਦੀਆਂ 3 ਮੁੱਖ ਨਦੀਆਂ ਹਨ। ਇਸ ਦੇ 4 ਆਪਸ਼ਨ ਦਿੱਤੇ ਗਏ ਹਨ, ਇਹਨਾਂ ਵਿੱਚੋਂ ਇੱਕ ਸਹੀ ਹੈ। ਅਗਲਾ ਕੁਐਸਚਨ ਹੈਗਾ ਸਹੀ ਜਾਂ ਗਲਤ।
ਹਿਮਾਲਿਆ ਤੋਂ ਨਿਕਲਣ ਵਾਲੀਆਂ ਨਦੀਆਂ ਬਰਸਾਤੀ ਨਦੀਆਂ ਹਨ। ਇਹ ਸਹੀ ਹੈ ਜਾਂ ਗਲਤ ਹੈ? ਇਹ ਤੁਸੀਂ ਇਸ ਆਡੀਓ ਨੂੰ ਸੁਣ ਕੇ ਫਿਰ ਲਿਖਣਾ ਹੈ। ਕੁਐਸਚਨ ਨੰਬਰ 3 ਹੈਗਾ, ਦੱਖਣ ਭਾਰਤ ਵਿੱਚ ਤਲਾਬ ਲੋਕਾਂ ਦੇ ਲਈ ਪਾਣੀ ਦਾ ਮੁੱਖ ਸਾਧਨ ਹਨ। ਬੱਚਿਓ ਅੱਗੇ ਚੌਥਾ ਕੁਐਸਚਨ ਜਿਹੜਾ ਹੈ ਉਹ ਤੁਸੀਂ ਭਾਰਤ ਦੇ ਨਕਸ਼ੇ ਦੇ ਵਿੱਚ ਭਰਨਾ ਹੈ, ਇੰਡੀਆ ਦਾ ਮੈਪ, ਜਿਸ ਦੇ ਵਿੱਚ ਕੁਐਸਚਨ ਨੰਬਰ 4 ਹੈ, ਸਿੰਧੂ ਨਦੀ ਦੀਆਂ ਸਹਾਇਕ ਨਦੀਆਂ ਨੂੰ ਭਾਰਤ ਦੇ ਨਕਸ਼ੇ ਵਿੱਚ ਭਰੋ। ਤੇ ਪੰਜਵੇਂ ਕੁਐਸਚਨ ਦੇ ਵਿੱਚ ਤੁਸੀਂ ਇੱਕ ਫਿਗਰ ਬਣਾਉਣੀ ਹੈ, ਸਾਫ਼ ਪਾਣੀ ਦੇ ਸੋਮੇ ਦੀ ਫਿਗਰ ਬਣਾਓ। ਤਾਂ ਬੱਚਿਓ ਇਹ ਉਹ 5 ਕੁਐਸਚਨ ਹਨ ਜਿਹੜਾ ਕਿ ਤੁਸੀਂ ਇਸ ਆਡੀਓ ਨੂੰ ਸੁਣ ਕੇ ਤੇ ਫਿਰ ਇਹਨਾਂ ਦੇ ਆਨਸਰ ਤੁਸੀਂ ਆਪਣੀ ਕਾਪੀਆਂ 'ਤੇ ਲਿਖਣੇ ਹਨ। ਧੰਨਵਾਦ।